ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਇਸ ਸੰਸਾਰ ਦੇ ਵਿੱਚ ਜਦੋਂ ਕਿਸੇ ਵੀ ਆਦਮੀ ਦੀ ਚੜ੍ਹਦੀ ਕਲਾ ਹੁੰਦੀ ਆ, ਉਸ ਚੜ੍ਹਦੀ ਕਲਾ ਦੇ ਅੰਦਰ ਬਹੁਤ ਸਾਰੇ ਆਦਮੀ ਲਕਾਈ ਉਹਨਾਂ ਨੂੰ ਅਤ ਪਿਆਰ ਕਰਨ ਲੱਗ ਪੈਂਦੀ ਆ ਅਤੇ ਪਰਮੇਸ਼ਰ ਵੀ ਉਹਨਾਂ ਨੂੰ ਅਤ ਪਿਆਰ ਕਰਦਾ ਹੈਗਾ। ਸੋ ਜਿੱਥੇ ਇਸ ਸੰਸਾਰ ਦੇ ਲੋਕਾਂ ਦੀ ਤਾਂਘ ਹੁੰਦੀ ਆ ਕਿ ਇਹੋ ਜਿਹੇ ਜਿਹੜੇ ਮਹਾਨ ਪੁਰਸ਼ ਆ ਇਸ ਧਰਤੀ ਦੇ ਵਿੱਚ ਰਹਿ ਕੇ ਲੰਬੀ ਉਮਰ ਭੋਗ ਕੇ ਸੇਵਾ ਕਰਨ, ਪਰ ਉੱਥੇ ਕਈ ਵਾਰੀ ਪਰਮੇਸ਼ਰ ਇਹੋ ਜਿਹੇ ਉੱਤਮ ਪੁਰਖ ਦੇ ਮਹਾਂਪੁਰਖਾਂ ਨੂੰ ਆਪਣੇ ਦੇਸ਼ ਦੇ ਵਿੱਚ ਛੇਤੀ ਬੁਲਾ ਲੈਂਦਾ ਹੈ। ਸੋ ਇਹਨਾਂ ਦੇ ਵਿੱਚੋਂ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਵੀ ਹੋਏ ਆ, ਜਿਨ੍ਹਾਂ ਨੂੰ ਅਕਾਲ ਪੁਰਖ ਨੇ ਥੋੜ੍ਹੇ ਸਮੇਂ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਬੁਲਾ ਲਿਆ ਸੀ। ਸੋ ਇਹਦੇ ਪ੍ਰਮਾਣ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਨੇ ਸ਼ੁਰੂ ਤੋਂ ਹੀ ਸੰਗਤਾਂ ਨੂੰ ਦੇਣੇ ਸ਼ੁਰੂ ਕਰ ਦਿੱਤੇ ਸੀ। ਉਸ ਦੇ ਵਿੱਚ ਇੱਕ ਅੰਮ੍ਰਿਤਸਰ ਦਾ ਡਾਕਟਰ ਜਿਹਦਾ ਨਾਂ ਸੀ ਹਰਚਰਨ ਸਿੰਘ। ਇਹ ਜਿਹੜੇ ਡਾਕਟਰ ਹਰਚਰਨ ਸਿੰਘ ਸੀਗੇ, ਇਹ MBBS DT ਸੀਗੇ ਅਤੇ ਇਹ ਵੀ ਅਕਸਰ ਕਿਤੇ ਕਿਤੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਉਂਦੇ ਸੀ। ਇਹਨਾਂ ਦਾ ਬੜਾ ਪ੍ਰੇਮ ਸੀ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਹੋਣਾ ਦੇ ਨਾਲ। ਇੱਕ ਵਾਰ ਮਹਾਂਪੁਰਖਾਂ ਨੇ ਇਹਨਾਂ ਦੇ ਨਾਲ ਬਚਨ ਕਰਦਿਆਂ ਇਹ ਗੱਲਾਂ ਕਹੀਆਂ ਸੀਗੀਆਂ। ਕਹਿਣ ਲੱਗੇ ਸੀਗੇ ਵੀ ਸਾਡਾ ਜਿਹੜਾ ਚਾਰਟ ਵਾ ਜ਼ਿੰਦਗੀ ਦਾ ਪੂਰਾ ਬਣਿਆ ਪਿਆ ਹੈਗਾ, ਅਸੀਂ ਬਿਲਕੁਲ ਤਿਆਰ ਬੈਠੇ ਹਾਂ, ਸਾਡਾ ਬਿਸਤਰਾ ਬੰਨ੍ਹਿਆ ਪਿਆ ਹੈਗਾ, ਬਸ ਥੋੜ੍ਹੇ ਦਿਨਾਂ ਦੀ ਖੇਡ ਹੈ। ਜਦੋਂ ਇਸ ਤਰ੍ਹਾਂ ਦੇ ਬਚਨ ਬਾਬਾ ਈਸ਼ਰ ਸਿੰਘ ਹੁਣਾਂ ਨੇ ਡਾਕਟਰ ਸਾਹਿਬ ਨਾਲ ਕੀਤੇ ਸੀ ਅਤੇ ਫਿਰ ਡਾਕਟਰ ਸਾਹਿਬ ਕਹਿਣ ਲੱਗੇ ਸੀ ਕਿ ਮੈਂ ਸਮਝਿਆ ਵੀ ਸ਼ਾਇਦ ਦਿੱਲੀ ਗੁਲਾਬੀ ਬਾਗ ਜਿਹੜਾ ਹੈ ਉਹਦੀਆਂ ਗੱਲਾਂ ਕਰਦੇ, ਉੱਥੇ ਜਾਣ ਦੀ ਗੱਲ ਕਰਦੇ ਆ। ਪਰ ਕਹਿੰਦੇ ਵੀ ਇਹ ਗੱਲਾਂ ਤਾਂ ਮੈਨੂੰ ਸਮਝ ਨਹੀਂ ਆਈ, ਕਿਉਂਕਿ ਆਪ ਹੀ ਜਿਹੜੀ ਗੱਲ ਕਰਕੇ ਅਤੇ ਫਿਰ ਆਪ ਹੀ ਮਾਇਆ ਦਾ ਪੜਦਾ ਕਹਿੰਦੇ ਸਾਡੇ 'ਤੇ ਮਹਾਂਪੁਰਖ ਪਾ ਦਿੰਦੇ ਸੀਗੇ। ਸੋ ਇਹੋ ਜਿਹੀਆਂ ਜਿਹੜੀਆਂ ਬੜੀਆਂ ਭੇਦ ਭਰੀਆਂ ਗੱਲਾਂ ਸੀ ਮਹਾਂਪੁਰਖ ਅਕਸਰ ਕਰਦੇ ਹੁੰਦੇ ਸੀਗੇ। ਅਤੇ ਬਾਬਾ ਜੀ ਦੀਆਂ ਦੇ ਜਿਹੜੇ ਬਚਨ ਸੀਗੇ, ਜਿੱਥੇ ਇੰਨੇ ਧੜੱਲੇਦਾਰ ਹੁੰਦੇ ਸੀਗੇ, ਇੰਨੇ ਅਗੰਮੀ ਬਚਨ ਹੁੰਦੇ ਸੀ ਅਤੇ ਕਈ ਵਾਰ ਕਈ ਮਨੁੱਖ ਜਿਹੜੇ ਸੀ ਉਹ ਚੱਕਰ ਖਾ ਕੇ ਵੀ ਡਿੱਗ ਪੈਂਦੇ ਸੀ, ਪਰ ਫਿਰ ਆਪ ਹੀ ਹੱਥ ਦੇ ਕੇ ਉਹਨਾਂ ਨੂੰ ਰੱਖ ਲੈਂਦੇ ਸੀਗੇ ਅਤੇ ਆਪ ਹੀ ਉਹਨਾਂ ਨੂੰ ਸਮਝਾਉਂਦੇ ਸੀ, ਫਿਰ ਆਪ ਹੀ ਉਹਨਾਂ ਦੇ ਮਾਇਆ ਦਾ ਚੱਕਰ ਵੀ ਪਾ ਦਿੰਦੇ ਸੀ। ਇਸੇ ਤਰ੍ਹਾਂ ਹੈ ਨਾ, ਇੱਕ ਵਾਰ ਭਾਈ ਉਦੈ ਸਿੰਘ ਹੁਣੀ ਜਿਹੜੇ ਸੀ ਉਹ ਕਥਾ ਕਰ ਰਹੇ ਸੀ। ਜਦ ਕਥਾ ਕਰਦਿਆਂ ਉਹਨਾਂ ਨੇ ਟਾਈਮ ਦੇਖ ਕੇ ਬਿਲਕੁਲ ਕਥਾ ਦਾ ਭੋਗ ਪਾ ਦਿੱਤਾ ਤਾਂ ਮਹਾਂਪੁਰਖ ਫਿਰ ਬਾਬਾ ਈਸ਼ਰ ਸਿੰਘ ਜੀ ਭਾਈ ਉਦੈ ਸਿੰਘ ਨੂੰ ਕਹਿਣ ਲੱਗੇ ਵੀ ਇਹ ਕਥਾ ਹੋਰ ਕਰ, ਹੋਰ ਸੁਣਾ। ਜਦ ਮਹਾਂਪੁਰਖ ਨੇ ਇਸ ਤਰ੍ਹਾਂ ਕੀਤੀ ਅਤੇ ਭਾਈ ਉਦੈ ਸਿੰਘ ਇਸ ਪੰਕਤੀ ਦੀ ਕਥਾ ਕਰਦੇ ਸੀ, ਏਤ ਛਡਾਹੀ ਮੋਹੇ ਤੇ ਇਤਨੀ ਦ੍ਰਿੜ ਤਾਰੀ। ਜਦ ਇਹਦੀ ਕਥਾ ਕਰਦੇ ਸੀ ਫਿਰ ਭਾਈ ਉਦੈ ਸਿੰਘ ਨੇ ਦੁਬਾਰਾ ਕਥਾ ਕਰਨੀ ਸ਼ੁਰੂ ਕਰਤੀ। ਜਦ ਦੁਬਾਰਾ ਕਥਾ ਕੀਤੀ, ਜਦ ਕਥਾ ਦਾ ਭੋਗ ਪਿਆ ਤਾਂ ਫਿਰ ਮਹਾਂਪੁਰਖ ਕਹਿੰਦੇ ਵੀ ਹਾਂ ਹੁਣ ਠੀਕ ਆ, ਹੁਣ ਬਸ ਕਰੋ। ਉਸ ਟਾਈਮ ਮਹਾਂਪੁਰਖਾਂ ਦੇ ਪਾਸ ਭਾਈ ਰਤਨ ਸਿੰਘ ਹੁਣੀ ਬੈਠੇ ਸੀਗੇ ਅਤੇ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਭਾਈ ਰਤਨ ਸਿੰਘ ਨੂੰ ਮੁਖਾਰਕ ਹੋ ਕੇ ਇਹ ਕਿਹਾ ਸੀਗਾ ਕਿ ਤੁਸੀਂ ਇਹ ਕਥਾ ਸੁਣੀ ਆ? ਅਤੇ ਫਿਰ ਭਾਈ ਰਤਨ ਸਿੰਘ ਹੁਣੀ ਕਹਿਣ ਲੱਗੇ ਜੀ ਹਾਂਜੀ ਸੁਣੀ ਆ। ਅਤੇ ਬਾਬਾ ਜੀ ਕਹਿਣ ਲੱਗੇ ਕਹਿੰਦੇ ਕੀ ਸੁਣਿਆ? ਅਤੇ ਫਿਰ ਭਾਈ ਰਤਨ ਸਿੰਘ ਜੀ ਕਹਿਣ ਲੱਗੇ ਕਿ ਸੰਤਾਂ ਦੀ ਉਪਮਾ ਸੁਣੀ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਈਸ਼ਰ ਸਿੰਘ ਜੀ ਮੁਸਕਰਾ ਕੇ ਭਾਈ ਰਤਨ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਦੇਖੋ ਸਾਨੂੰ ਵਾਹਿਗੁਰੂ ਨੇ ਇਸ ਮੰਜ਼ਿਲ 'ਤੇ ਪਹੁੰਚਾਤਾ, ਇਸ ਮਨ ਦੀ ਇਹੋ ਜਿਹੀ ਅਵਸਥਾ ਹੋ ਗਈ ਆ ਕਿ ਹੁਣ ਸੂਈ ਦੇ ਨੱਕੇ ਜਿੰਨਾ ਵੀ ਮੋਹ ਜਿਹੜਾ ਹੈ ਨਾ ਸਾਡਾ ਇਸ ਸੰਸਾਰ ਦੇ ਵਿੱਚ ਨਹੀਂ ਰਿਹਾ। ਇਸ ਤਰ੍ਹਾਂ ਇੱਕ ਵਾਰ ਐਤਵਾਰ ਵਾਲਾ ਦਿਨ ਸੀਗਾ, ਸ਼ਾਮ ਦਾ ਟਾਈਮ ਸੀਗਾ ਅਤੇ ਰਹਿ ਰਸ ਦੇ ਦੀਵਾਨ ਤੋਂ ਬਾਅਦ ਉਸ ਟਾਈਮ ਭਾਈ ਸ਼ਾਮ ਲਾਲ, ਭਾਈ ਕੁਲਵੰਤ ਸਿੰਘ, ਭਾਈ ਚੰਨਣ ਸਿੰਘ ਅਤੇ ਸੰਤ ਸਿੰਘ ਡਾਕਟਰ ਇਹ ਮਹਾਂਪੁਰਖਾਂ ਦੇ ਪਾਸ ਜਦ ਦਰਸ਼ਨ ਕਰਨ ਵਾਸਤੇ ਆਏ, ਇਹਨਾਂ ਨੇ ਮੱਥਾ ਟੇਕਿਆ ਅਤੇ ਰਹਿ ਰਸ ਦੇ ਦੀਵਾਨ ਤੋਂ ਬਾਅਦ ਫਿਰ ਬਾਬਾ ਜੀ ਨੇ ਇਹਨਾਂ ਦੇ ਨਾਲ ਵੀ ਜਿਹੜੇ ਬਚਨ ਕੀਤੇ ਸੀ, ਉਸ ਬਚਨਾਂ ਵਿੱਚ ਮਹਾਂਪੁਰਖਾਂ ਨੇ ਇਹਨਾਂ ਨੂੰ ਆਖਿਆ ਸੀਗਾ, ਕਹਿੰਦੇ ਵੀ ਜਿਹੜਾ ਰਾਵਣ ਦਾ ਦੀਵਾ ਹੈ ਨਾ ਉਹ ਤਾਂ ਪੂਰਾ ਗੁੱਲ ਹੋ ਗਿਆ ਹੈ, ਪਰ ਇਸ ਘਰ ਦਾ ਦੀਵਾ ਨਾਨਕਸਰ ਠਾਠ ਦਾ ਜੀਵਾ ਇਹ ਹਮੇਸ਼ਾ ਜਗਦਾ ਰਹੇਗਾ। ਫਿਰ ਬਾਬਾ ਜੀ ਨੇ ਆਖਿਆ ਸੀ, ਕਹਿੰਦੇ ਦੇਖੋ ਬੱਤੀ ਤੋਂ ਬੱਤੀ ਹਮੇਸ਼ਾ ਅਗਾਹ ਜਗਦੀ ਜਾਂਦੀ ਆ, ਪਰ ਇਹਦੇ ਵਿੱਚ ਮਹਾਂਪੁਰਖ ਨੇ ਕਿਹਾ ਸੀਗਾ ਕਿ ਕਈ ਮਹਾਂਪੁਰਖ ਐਸੇ ਹੁੰਦੇ ਆ ਕਿ ਜਿਹੜੇ ਆਪਣੀ ਫੂਕ ਦੇ ਨਾਲ ਆਪਣਾ ਦੀਵਾ ਆਪ ਹੀ ਬੁਝਾ ਲੈਂਦੇ ਆ, ਪਰ ਕਈ ਮਹਾਂਪੁਰਖ ਇਸ ਤਰ੍ਹਾਂ ਦੇ ਹੁੰਦੇ ਆ ਕਿ ਜਿਹੜੇ ਦੀਵੇ ਨੂੰ ਹਨੇਰੀਆਂ ਝੱਖੜਾਂ ਤੋਂ ਬਚਾਉਣ ਵਾਸਤੇ ਉਸ ਦੀਵੇ ਦੇ ਆਲੇ ਦੁਆਲੇ ਆਪਣੇ ਹੱਥਾਂ ਦੀ ਕਾਰ ਕਰ ਦਿੰਦੇ ਆ। ਫਿਰ ਤੀਸਰਾ ਬਚਨ ਬਾਬਾ ਜੀ ਨੇ ਆਖਿਆ ਸੀਗਾ ਕਿ ਕਈ ਮਹਾਂਪੁਰਖ ਐਸੇ ਹੁੰਦੇ ਆ ਕਿ ਜਦੋਂ ਦੀਵੇ ਦਾ ਤੇਲ ਬੁਝਦਾ ਦੇਖਦੇ ਅਤੇ ਉਹਦੇ ਵਿੱਚ ਆਪਣੇ ਕੋਲੋਂ ਹੋਰ ਦੀਵਾ ਪਾ ਕੇ ਉਸ ਦੀਵੇ ਨੂੰ ਫਿਰ ਪਹਿਲਾਂ ਦੀ ਤਰ੍ਹਾਂ ਜਗਮਗ ਕਰਾ ਦਿੰਦੇ ਆ। ਇਹ ਤਾਂ ਆਦਿਕ ਬਚਨ ਜਿਹੜੇ ਸੀ ਨਾ ਮਹਾਂਪੁਰਖਾਂ ਨੇ ਉਸ ਟਾਈਮ ਇਹਨਾਂ ਪ੍ਰੇਮੀਆਂ ਦੇ ਨਾਲ ਕੀਤੇ ਸੀਗੇ। ਇੱਕ ਵਾਰ ਕੀ ਹੋਇਆ ਸੀਗਾ ਕਿ ਜਦੋਂ ਸਰੋਵਰ ਦੇ ਪਰਿਕਰਮਾ ਦੇ ਵਿੱਚ ਮਹਾਂਪੁਰਖ ਜਿਹੜੇ ਸੀਗੇ ਉਹ
ਖੜੇ ਸੀਗੇ। ਉਸ ਟਾਈਮ ਇੱਕ ਪ੍ਰੇਮੀ ਨੇ ਮਹਾਂਪੁਰਖਾਂ ਦੇ ਨਾਲੇ ਭਜਨ ਕੀਤੇ ਸੀ। ਉਹਦੇ ਵਿੱਚ ਉਸਨੇ ਤਾਂ ਕਿਸੇ ਮਹਾਤਮਾ ਦੀ ਗੱਲ ਕੀਤੀ ਸੀ ਕਿ ਇੱਕ ਮਹਾਤਮਾ ਜਿਹੜੇ ਸੰਤ ਮਹਾਂਪੁਰਖ ਕਾਫੀ ਸਮੇਂ ਤੋਂ ਬਿਮਾਰ ਹੈਗੇ ਆ, ਪਰ ਕਹਿੰਦੇ ਹੈਰਾਨੀ ਦੀ ਗੱਲ ਇਹ ਹੈ ਵੀ ਉਹ ਸੰਤ ਹੋਣ ਦੇ ਬਾਵਜੂਦ ਵੀ ਨਾ ਤਾਂ ਉਹ ਰਾਜੀ ਹੁੰਦੇ ਆ ਅਤੇ ਨਾ ਉਹਨਾਂ ਦਾ ਸਰੀਰ ਛੁੱਟਦਾ ਹੈਗਾ। ਜਦ ਇਸ ਤਰ੍ਹਾਂ ਦੇ ਭਜਨ ਕੀਤੇ ਅਤੇ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਉਸ ਪ੍ਰੇਮੀ ਨੂੰ ਆਖਿਆ ਸੀਗਾ, ਕਹਿੰਦੇ ਵੀ ਦਰਅਸਲ ਇਹ ਆ ਵੀ ਉਹ ਜਿਹੜਾ ਸੰਤ ਦਾ ਆਖਰੀ ਸਮਾਂ ਉਹ ਆ ਗਿਆ ਹੈਗਾ, ਪਰ ਉਹ ਸੰਤ ਸਿੱਖੀ ਸੇਵਕੀ ਦੇ ਮੋਹ ਦੇ ਵਿੱਚ ਇੰਨਾ ਫਸ ਗਿਆ ਹੈਗਾ ਕਿ ਉਹ ਇਹਦੇ ਵਿੱਚੋਂ ਜਾਣਾ ਨਹੀਂ ਚਾਹੁੰਦਾ ਹੈਗਾ ਅਤੇ ਉਹ ਇਹ ਇੱਛਾ ਧਾਰ ਕੇ ਬੈਠਾ ਹੈਗਾ ਕਿ ਸੰਸਾਰ ਦੇ ਵਿੱਚ ਰਹਿ ਕੇ ਸਿੱਖੀ ਸੇਵਕੀ ਦਾ ਜਿਹੜਾ ਸੁੱਖ ਆ ਉਹ ਹੋਰ ਭੋਗੇ, ਪਰ ਉਹਦੀ ਜਿਹੜੀ ਕੀਤੀ ਕਮਾਈ ਆ ਉਹਨੂੰ ਦੁੱਖ ਰੂਪ ਹੋ ਕੇ ਉਸ ਨੂੰ ਇਹ ਸਮਝਾ ਰਹੀ ਆ ਕਿ ਭਾਈ ਇਹ ਸੰਸਾਰ ਨਾਸ਼ਵਾਨ ਹੈਗਾ ਅਤੇ ਇਸ ਕਰਕੇ ਤੈਨੂੰ ਵੀ ਇਸ ਸੰਸਾਰ ਤੋਂ ਜਾਣਾ ਚਾਹੀਦਾ ਹੈਗਾ। ਪਰ ਉਹ ਸੰਤ ਸੰਸਾਰ ਦੇ ਮੋਹ ਦੇ ਵਿੱਚ ਫਸਿਆ ਹੋਣਾ ਕਰਕੇ ਆਪਣੀ ਕਮਾਈ ਦਾ ਜਿਹੜਾ ਦੁੱਖ ਰੂਪ ਆ ਉਹ ਭੋਗ ਰਿਹਾ ਹੈਗਾ। ਪਰ ਇੱਕ ਦਿਨ ਜਦੋਂ ਇਹ ਦੁੱਖ ਭੋਗਣ ਤੋਂ ਬਾਅਦ ਅਖੀਰ ਉਹਦਾ ਮਨ ਜਿਹੜਾ ਹੈਗਾ ਇਹ ਗੱਲ ਕਰਨ 'ਤੇ ਮੰਨ ਜਾਏਗਾ ਕਿ ਇਸੇ ਨਾਲੋਂ ਤਾਂ ਫਿਰ ਮਰਨਾ ਹੀ ਚੰਗਾ ਹੈਗਾ। ਫਿਰ ਉਸ ਟਾਈਮ ਉਸ ਸੰਤ ਦੀ ਜਿਹੜੀ ਦੇਹ ਹੈਗੀ ਆ ਉਸ ਤੋਂ ਉਹਦਾ ਛੁਟਕਾਰਾ ਫਿਰ ਹੋਵੇਗਾ। ਸੋ ਇੱਕ ਵਾਰ ਸਰਦਾਰ ਗੁਰਨਾਮ ਸਿੰਘ ਧੀਰ ਇਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ। ਜਦ ਦਰਸ਼ਨ ਕਰਨ ਆਏ ਇਹਨਾਂ ਨੇ ਬਾਬਾ ਜੀ ਦੇ ਨਾਲ ਉਹਨਾਂ ਟਾਈਮਾਂ ਦੇ ਵਿੱਚ ਫਿਰ ਸੰਪਟ ਪਾਠ ਦੀ ਗੱਲ ਕੀਤੀ ਕਿ ਮੈਂ ਘਰ ਦੇ ਵਿੱਚ ਸੰਪਟ ਪਾਠ ਰਖਾਉਣਾ ਹੈ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਕਹਿਣ ਲੱਗੇ ਵੀ ਚਲੋ ਕੋਈ ਗੱਲ ਨਹੀਂ, ਤੁਸੀਂ ਵਿਚਾਰ ਕਰਕੇ ਫਿਰ ਮੈਨੂੰ ਦੱਸ ਦਿਓ। ਇਹਨਾਂ ਨੇ ਮਨਜ਼ੂਰੀ ਤਾਂ ਲੈ ਲਈ ਸੰਪਟ ਪਾਠ ਕਰਨ ਦੀ, ਪਰ ਜਿਹੜੀ ਤਰੀਕ ਸੀਗੀ ਉਹ ਮਹਾਂਪੁਰਖਾਂ ਤੋਂ ਪੱਕੀ ਨਹੀਂ ਕੀਤੀ। ਆਪਣੀ ਮਰਜ਼ੀ ਦੇ ਨਾਲ ਕਾਰਡ ਛਪਾ ਕੇ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਅਤੇ ਹੋਰ ਮਿੱਤਰਾਂ ਨੂੰ ਵੰਡੇ। ਜਦ ਵੰਡ ਕੇ ਆਏ ਉਸ ਤੋਂ ਬਾਅਦ ਫਿਰ ਗੁਰਨਾਮ ਸਿੰਘ ਜਿਹੜੇ ਧੀਰ ਸੀਗੇ 2 ਜੀਪਾਂ ਲੈ ਕੇ ਮੋਗੇ ਦੇ ਰਸਤੇ ਫਿਰ ਨਾਨਕਸਰ ਕਲੇਰੀ ਪਹੁੰਚੇ। ਜਦ ਇੱਥੇ ਪਹੁੰਚੇ ਇਹਨਾਂ ਨੇ ਆ ਕੇ ਬਾਬਾ ਈਸ਼ਰ ਸਿੰਘ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ, ਫਿਰ ਜਥਾ ਸ਼ਕਤ ਪ੍ਰਸ਼ਾਦ ਭੇਟਾ ਰੱਖੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਮਹਾਂਪੁਰਖਾਂ ਦੇ ਨਾਲ ਇਹ ਵਚਨ ਕੀਤਾ ਕਿ ਅਸੀਂ ਕੱਲ੍ਹ ਅਖੰਡ ਪਾਠ ਸਾਹਿਬ ਰਖਾਉਣਾ ਹੈਗਾ, ਇਸ ਕਰਕੇ ਸਾਨੂੰ ਪਾਠੀ ਸਿੰਘ ਚਾਹੀਦੇ ਆ। ਜਦ ਇਹ ਵਚਨ ਕੀਤਾ ਫਿਰ ਬਾਬਾ ਜੀ ਨੇ ਇਹਦੇ ਵਚਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਤਾਂ ਫਿਰ ਗੁਰਨਾਮ ਸਿੰਘ ਧੀਰ ਨੂੰ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਵੀ ਭਾਈ ਤੂੰ ਹਰੀ ਕੇ ਪੱਤਨ ਜਿਹੜਾ ਸਤਲੁਜ ਅਤੇ ਬਿਆਸ ਦਾ ਪਾਣੀ ਜਿੱਥੇ ਇਕੱਠਾ ਹੁੰਦਾ ਹੈ ਤੂੰ ਉੱਥੇ ਨਿਗਾਹ ਮਾਰੀ ਆ ਵੀ ਉਹ ਪਾਣੀ ਕਿੰਨਾ ਕੁ ਭਰਿਆ ਹੋਇਆ ਹਰੀ ਕੇ ਪੱਤਨ ਨਾਲ। ਜਦ ਇੰਨੀ ਗੱਲ ਹੋਈ ਤਾਂ ਫਿਰ ਗੁਰਨਾਮ ਸਿੰਘ ਧੀਰ ਕਹਿਣ ਲੱਗਾ ਜੀ ਉੱਥੇ ਤਾਂ ਬਹੁਤ ਪਾਣੀ ਆ, ਪਾਣੀ ਤਾਂ ਬਹੁਤ ਵਗ ਰਿਹਾ ਹੈਗਾ। ਇੰਨੀ ਗੱਲ ਹੋਈ ਤਾਂ ਫਿਰ ਮਹਾਂਪੁਰਖ ਕਹਿਣ ਲੱਗੇ ਹਾਂ ਚੱਲ ਫਿਰ ਤਾਂ ਠੀਕ ਆ ਭਾਈ, ਕਿਉਂਕਿ ਸਾਨੂੰ ਇਸ ਪਾਣੀ ਦੀ ਬੜੀ ਲੋੜ ਆ। ਜਦ ਇਸ ਤਰ੍ਹਾਂ ਦੇ ਵਚਨ ਕੀਤੇ ਸੀਗੇ ਗੁਰਨਾਮ ਸਿੰਘ ਧੀਰ ਜਿਹੜੇ ਸੀਗੇ ਉਹ ਇਹਨਾਂ ਵਚਨਾਂ ਨੂੰ ਸਮਝ ਨਹੀਂ ਸਕੇ। ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੀ ਪਹਿਲੀ ਜਿਹੜੀ ਗੱਲ ਫੇਰ ਦਿੱਤੀ। ਉਹਦੇ ਵਿੱਚ ਉਹਨੂੰ ਕਹਿਣ ਲੱਗੇ ਜੀ ਮੈਂ ਕਾਰਡ ਛਪਾ ਲਿਆ, ਕਾਰਡ ਛਪਾ ਕੇ ਵੰਡ ਦਿੱਤੇ ਆ ਅਤੇ ਇਸ ਕਰਕੇ ਤੁਸੀਂ ਕੁਛ ਗ੍ਰੰਥੀ ਸਿੰਘ ਮੇਰੇ ਨਾਲ ਭੇਜ ਦਿਓ। ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਵੀ ਤੂੰ ਬਹੁਤ ਜਲਦੀ ਕਰ ਲਈ ਆ, ਅਗਰ ਥੋੜ੍ਹਾ ਚਿਰ ਅਟਕ ਜਾਂਦਾ ਅਤੇ ਫਿਰ ਤਾਂ ਗੱਲ ਬਹੁਤ ਚੰਗੀ ਸੀਗੀ। ਪਰ ਤੈਂ ਆਪਣੀ ਮਰਜ਼ੀ ਦੇ ਨਾਲ ਕਾਰਡ ਛਪਾ ਲਿਆ, ਕਮ ਸੇ ਕਮ ਤੂੰ ਸਾਨੂੰ ਦੱਸ ਤਾਂ ਦਿੰਦਾ, ਸਾਡੇ ਕੋਲ ਤਰੀਕ ਤਾਂ ਲੈ ਲੈਂਦਾ। ਪਰ ਗੁਰਨਾਮ ਸਿੰਘ ਧੀਰ ਜਿਹੜੇ ਸੀਗੇ ਉਹ ਮਹਾਂਪੁਰਖਾਂ ਨੂੰ ਕਹਿਣ ਲੱਗੇ ਜੀ ਫਿਰ ਸਾਡੀ ਘਰ ਦੇ ਵਿੱਚ ਸਲਾਹ ਬਣ ਗਈ ਸੀਗੀ, ਸਲਾਹ ਕਰਕੇ ਫਿਰ ਮੈਂ ਜਿਹੜੇ ਕਾਰਡ ਸੀਗੇ ਛਪਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਵੰਡ ਦਿੱਤੇ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਵੀ ਕਿਤੇ ਤੇਰੇ ਪਾਠ ਦੇ ਵਿੱਚ ਕੋਈ ਵਿਘਨ ਨਾ ਪੈ ਜਾਵੇ, ਸਾਨੂੰ ਤਾਂ ਇਸ ਗੱਲ ਦਾ ਡਰ ਪਿਆ ਹੈ, ਇਸ ਕਰਕੇ ਅਗਰ ਤੂੰ ਥੋੜ੍ਹਾ ਚਿਰ ਅਟਕ ਜਾਵੇਂ ਤਾਂ ਫਿਰ ਤੂੰ ਪਾਠ ਕਰਾ ਲਵੇਂ ਤਾਂ ਫਿਰ ਚੰਗੀ ਗੱਲ ਹੈਗੀ ਆ। ਪਰ ਫਿਰ ਉਸ ਟਾਈਮ ਸਰਦਾਰ ਗੁਰਨਾਮ ਸਿੰਘ ਧੀਰ ਜਿਹੜੇ ਸੀਗੇ ਉਹ ਮਹਾਂਪੁਰਖਾਂ ਨੂੰ ਕਹਿਣ ਲੱਗੇ ਜੀ ਹੁਣ ਤਾਂ ਮੈਂ ਸਾਰੇ ਰਿਸ਼ਤੇਦਾਰਾਂ 'ਚ ਕਾਰਡ ਵੰਡ ਚੁੱਕਾ ਹੈਗਾ, ਅਗਰ ਮੈਂ ਹੁਣ ਦੁਬਾਰਾ ਕੈਂਸਲ ਕਰ ਦਿਆਂ ਤਾਂ ਸਾਰੇ ਸੱਜਣ ਮੇਰੇ ਬਾਰੇ ਕੀ ਸੋਚਣਗੇ ਵੀ ਪਹਿਲਾਂ ਕਾਰਡ ਸਾਰੇ ਰਿਸ਼ਤੇਦਾਰਾਂ 'ਚ ਵੰਡਿਆ ਆ ਅਤੇ ਹੁਣ ਜਿਹੜਾ ਹੈਗਾ ਉਹ ਆਪਣੀ ਤਰੀਕ ਇਹ ਬਦਲ ਨੂੰ ਫਿਰਦਾ ਹੈਗਾ, ਇਸ ਤਰ੍ਹਾਂ ਚੰਗਾ ਨਹੀਂ ਲੱਗਦਾ। ਜਦ ਇਹ ਗੱਲ ਹੋਈ ਤਾਂ ਫਿਰ ਬਾਬਾ ਈਸ਼ਰ ਸਿੰਘ ਕਲੇਰਾਂ ਵਾਲੇ ਮਹਾਂਪੁਰਖ ਫਿਰ ਚੁੱਪ ਕਰ ਗਏ ਸੀ। ਚੁੱਪ ਕਰਨ ਤੋਂ ਬਾਅਦ ਕਹਿਣ ਲੱਗੇ ਚੰਗਾ ਭਾਈ ਜਿਵੇਂ ਤੇਰੀ ਮਰਜ਼ੀ ਹੈਗੀ ਆ। ਉਸ ਤੋਂ ਬਾਅਦ ਫਿਰ 2 ਜੀਪਾਂ ਦੇ ਵਿੱਚ ਗ੍ਰੰਥੀ ਸਿੰਘ ਸਵਾਰ ਕਰਕੇ ਫਿਰ ਭਾਈ ਗੁਰਨਾਮ ਸਿੰਘ ਧੀਰ ਜਿਹੜੇ ਸੀ ਚੰਡੀਗੜ੍ਹ ਰਵਾਨਾ ਹੋ ਗਏ ਸੀ। ਜਦ ਚੰਡੀਗੜ੍ਹ ਰਵਾਨਾ ਹੋਏ ਤਾਂ ਪਰ ਜਿਉਂ ਹੀ ਚੰਡੀਗੜ੍ਹ ਉੱਥੇ ਪਹੁੰਚੇ ਸੀਗੇ ਹਰੇ ਘਰ ਨਹੀਂ ਚੱਲੇ, ਪਰ ਚੰਡੀਗੜ੍ਹ ਤੋਂ ਜਦੋਂ ਘਰ ਨੂੰ ਚੱਲਣ ਲੱਗੇ ਉਸ ਟਾਈਮ ਜਗਰਾਉਂ ਤੋਂ ਫੋਨ ਗੁਰਨਾਮ ਸਿੰਘ ਧੀਰ ਹੁਣਾਂ ਨੂੰ ਆਇਆ ਸੀਗਾ ਕਿ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਚੋਲਾ ਬਦਲ ਗਏ ਆ। ਜਦ ਇਹ ਜਿਹੜਾ ਫੋਨ ਤੋਂ ਗੱਲ ਗੁਰਨਾਮ ਸਿੰਘ ਧੀਰ ਨੇ ਸੁਣੀ ਸੀ ਫਿਰ ਗੁਰਨਾਮ ਸਿੰਘ ਧੀਰ ਦੱਸਦੇ ਸੀਗੇ ਕਿ ਮੈਂ ਦੰਗ ਰਹਿ ਗਿਆ, ਪਰ ਫਿਰ ਮੈਨੂੰ ਯਾਦ ਹੈ ਕਿ ਮਹਾਂਪੁਰਖ ਮੈਨੂੰ ਬਾਰ-ਬਾਰ ਕਿਉਂ ਇਹ ਗੱਲ ਕਹਿ ਰਹੇ ਸੀਗੇ ਕਿ ਇਹ ਜਿਹੜੇ ਪਾਠੀ ਆ ਸਿੰਘ ਇਹਨਾਂ ਨੂੰ ਹਜੇ ਤੂੰ ਇੱਥੇ ਰਹਿਣ ਦੇ, ਤੂੰ ਤਰੀਕ ਬਦਲ ਲਾ। ਪਰ ਕਹਿੰਦੇ ਬਈ ਮੈਂ ਉਹਨਾਂ ਦੀਆਂ ਗੱਲਾਂ ਸਮਝ ਨਹੀਂ ਸਕਿਆ ਵੀ ਇਹਦੇ ਵਿੱਚ ਭੇਦ ਕੀ ਛੁਪਿਆ ਸੀਗਾ। ਪਰ ਉਸ ਤੋਂ ਬਾਅਦ ਫਿਰ ਜਿਹੜਾ ਟੈਲੀਫੋਨ ਆਇਆ ਸੀਗਾ ਜਗਰਾਉਂ ਤੋਂ ਉਹਦੇ ਵਿੱਚ ਫਿਰ ਉਸ ਪ੍ਰੇਮੀ ਨੇ ਆਖਿਆ ਸੀਗਾ ਕਿ ਜਿਹੜੇ ਅਖੰਡ ਪਾਠ ਸਿੰਘ ਵਾਲੇ ਪਾਠੀ ਆ ਤੁਸੀਂ ਵਾਪਸ ਜਿਹੜੇ ਆ ਉਹ ਨਾਨਕਸਰ ਕਲੇਰੀ ਭੇਜ ਦਿਓ।
ਸੋ ਕਹਿਣ ਤੋਂ ਭਾਵ ਇਹ ਹੈ ਕਿ ਮਹਾਂਪੁਰਖ ਜਿਸ ਦੇ ਨਾਲ ਵੀ ਗੱਲਾਂ ਕਰਦੇ ਸੀਗੇ ਉਹ ਆਦਮੀ ਜਾਣਦਾ ਨਾ ਜਾਣਦਾ ਹੋਇਆ ਵੀ ਕਈ ਵਾਰ ਚੱਕਰਾਂ ਦੇ ਵਿੱਚ ਪੈ ਜਾਂਦਾ ਸੀ ਕਿ ਮਹਾਂਪੁਰਖ ਕਿਹੋ ਜਿਹੀਆਂ ਗੱਲਾਂ ਕਰਦੇ ਆ। ਇਸ ਤਰ੍ਹਾਂ ਇੱਕ ਸਿੰਘ ਮਹਾਂਪੁਰਖਾਂ ਦਾ ਬੜਾ ਪ੍ਰੇਮੀ ਸੀ। ਉਹ ਨਾ ਮਹਾਂਪੁਰਖਾਂ ਦੇ ਬਚਨ ਸੁਣ ਕੇ ਦਰਸ਼ਨ ਸੰਗਤ ਦੇ ਵਿੱਚ ਆਪਣੀ ਵਡਿਆਈ ਦੀ ਖਾਤਰ ਇਹ ਕਹਿੰਦਾ ਹੁੰਦਾ ਸੀਗਾ ਕਿ ਮੈਂ ਤਾਂ ਬਾਬੇ ਨਾਨਕ ਦੇ ਕੁੱਤਿਆਂ ਦਾ ਵੀ ਦਾਸ ਹੈਗਾ, ਬਾਬਾ ਜੀ ਤਾਂ ਦਾਸ ਹੈ, ਬਾਬਾ ਜੀ ਦੇ ਕੁੱਤਿਆਂ ਦਾ ਵੀ ਦਾਸ ਆ। ਜਦ ਇਸ ਤਰ੍ਹਾਂ ਦੇ ਬਚਨ ਕਰਨੇ ਤਾਂ ਇਹ ਬਚਨ ਜਿਹੜੇ ਸੀ ਸੰਗਤ ਨੇ ਸੁਣ ਛੱਡਣੇ। ਪਰ ਇੱਕ ਵਾਰ ਕੀ ਹੋਇਆ, ਇਸੇ ਸਿੰਘ ਨੇ ਮਹਾਂਪੁਰਖਾਂ ਤੋਂ ਆਗਿਆ ਲੈ ਕੇ ਮੈਂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਕਰਾਉਣਾ ਹੈ, ਅਤੇ ਬਾਬਾ ਜੀ ਨੇ ਆਪਣੇ ਪਾਠੀ ਸਿੰਘ ਇਹਦੇ ਘਰ ਭੇਜ ਦਿੱਤੇ। ਜਦ ਘਰ ਭੇਜੇ ਆ ਅਤੇ ਦੇਖੋ ਇਹ ਜਿਹੜਾ ਸਿੰਘ ਸੀਗਾ ਇਹਨੇ ਜਿੰਨੇ ਵੀ ਪਾਠੀ ਸਿੰਘ ਇਹਦੇ ਘਰ ਦੇ ਵਿੱਚ ਨਾਮ ਬਾਣੀ ਦੀ ਸੇਵਾ ਦਾ ਪ੍ਰਵਾਹ ਚਲਾ ਰਹੇ ਸੀ, ਇਹਨਾਂ ਨੂੰ ਕੋਈ ਬਹੁਤਾ ਚਾਹ ਪਾਣੀ ਨਹੀਂ ਪੁੱਛਿਆ ਵੀ ਰੋਟੀ ਵੀ ਜਿਹੜੀ ਹੈਗੀ ਆ ਇਹਨਾਂ ਪਾਠੀ ਸਿੰਘਾਂ ਨੂੰ ਦੇਣੀ ਆ ਉਹ ਵੀ ਵੇਲੇ ਕੁ ਵੇਲੇ ਦੇ ਛੱਡਦਾ ਸੀਗਾ। ਜਾਂ ਇਸ ਤਰ੍ਹਾਂ ਕਰਦਿਆਂ ਸਿੰਘਾਂ ਨੇ ਦੇਖਿਆ ਵੀ ਇਹ ਬੰਦਾ ਜਿਹੜਾ ਆਦਮੀ ਹੈਗਾ ਇਹ ਵੈਸੇ ਗੱਲਾਂ ਤਾਂ ਬਹੁਤ ਕਰਦਾ ਹੈਗਾ, ਪਰ ਇਹਨੂੰ ਸੇਵਾ ਕਰਨ ਦਾ ਕੋਈ ਤਰੀਕਾ ਨਹੀਂ ਆ, ਕੋਈ ਯੁਕਤੀ ਨਹੀਂ ਆ, ਕੋਈ ਇਹਨੂੰ ਸੋਚਣੀ ਨਹੀਂ ਆ ਕਿ ਕਿਵੇਂ ਪਾਠੀ ਸਿੰਘਾਂ ਦੀ ਜਾਂ ਗੁਰੂ ਦੇ ਜਿਹੜੇ ਵਜ਼ੀਰ ਹੈਗੇ ਆ ਉਹਨਾਂ ਦੀ ਸੇਵਾ ਕਰਨੀ ਹੈ। ਜਦ ਇਸ ਨੇ ਇਸ ਤਰ੍ਹਾਂ ਕੀਤੀ, ਪਰ ਫਿਰ ਸਿੰਘਾਂ ਨੇ ਕੀ ਦੇਖਿਆ ਕਿ ਇਹਨੇ ਘਰ ਦੇ ਵਿੱਚ ਕੁੱਤੇ ਰੱਖੇ ਹੋਏ ਸੀ, ਪਰ ਕੁੱਤਿਆਂ ਨੂੰ ਘਰ ਦੇ ਵਿੱਚ ਡਬ ਰੋਟੀਆਂ ਦੇ ਉੱਤੇ ਮੱਖਣ ਪਾ ਕੇ ਉਹਨਾਂ ਨੂੰ ਖਿਲਾਉਂਦਾ ਹੁੰਦਾ ਸੀ। ਪਰ ਸਿੰਘ ਜਿਹੜੇ ਸੀ ਜਦ ਇਹਨੂੰ ਦੇਖਦੇ ਸੀ ਚੁੱਪ ਕਰ ਰਹਿੰਦੇ ਸੀ। ਪਰ ਜਦ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਸਿੰਘ ਜਾਣ ਲੱਗੇ, ਇਹਨੇ ਫਿਰ ਉਹੀ ਗੱਲ ਕੀਤੀ ਕਿ ਮੈਂ ਤਾਂ ਬਾਬਾ ਜੀ ਦੇ ਕੁੱਤਿਆਂ ਦਾ ਵੀ ਦਾਸ ਹਾਂ। ਜਦ ਇੰਨੀ ਗੱਲ ਹੋਈ ਹੈ ਤਾਂ ਫਿਰ ਉਹ ਜਿਹੜੇ ਗ੍ਰੰਥੀ ਸਿੰਘ ਸੀ ਇਹਨੂੰ ਕਹਿਣ ਲੱਗੇ, ਕਹਿੰਦੇ ਭਾਈ ਤੂੰ ਬਾਬਾ ਜੀ ਦਾ ਤਾਂ ਦਾਸ ਕੀ ਬਣਨਾ ਹੈਗਾ, ਤੂੰ ਤਾਂ ਬਾਬਾ ਜੀ ਦੇ ਜਿਹੜੇ ਗ੍ਰੰਥੀ ਸਿੰਘ ਹੈ ਉਹਨਾਂ ਨੂੰ ਵੀ ਕੁੱਤਿਆਂ ਦੇ ਬਰਾਬਰ ਨਹੀਂ ਸਮਝਿਆ, ਉਹਨਾਂ ਦੀ ਵੀ ਕੋਈ ਸੇਵਾ ਪਾਣੀ ਨਹੀਂ ਪੁੱਛੀ, ਤੂੰ ਤਾਂ ਆਪਣੇ ਕੁੱਤਿਆਂ ਨੂੰ ਹੀ ਡਬ ਰੋਟੀਆਂ ਦੇ ਬ੍ਰੈਡ ਲਾ ਕੇ ਖਿਲਾਉਂਦਾ ਰਿਹਾ ਹੈਗਾ। ਜਦ ਸੇ ਪ੍ਰੇਮੀ ਨੇ ਇਹ ਗੱਲ ਸੁਣੀ ਸੀ, ਇਹ ਜਿਹੜਾ ਸੀਗਾ ਬੜਾ ਸ਼ਰਮ ਦੇ ਨਾਲ ਹੈਰਾਨ ਹੋਇਆ ਸੀ, ਬੜਾ ਸ਼ਰਮਿੰਦਗੀ ਇਹਨੇ ਮਹਿਸੂਸ ਕੀਤੀ ਸੀ ਉਹਨਾਂ ਟਾਈਮਾਂ ਦੇ ਵਿੱਚ। ਉਸ ਤੋਂ ਬਾਅਦ ਫਿਰ ਇਹਨੇ ਸਾਰੇ ਗ੍ਰੰਥੀ ਸਿੰਘਾਂ ਤੋਂ ਮਾफ़ੀ ਮੰਗੀ ਸੀ ਕਿ ਮੈਂ ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰੂੰਗਾ। ਪਰ ਉਸ ਤੋਂ ਬਾਅਦ ਸਿੰਘ ਕਹਿਣ ਲੱਗੇ ਚਲੋ ਭਾਈ ਜੋ ਹੋਇਆ ਸੋ ਹੋਇਆ, ਪਰ ਤੈਨੂੰ ਅਸੀਂ ਦੱਸ ਦਿੱਤਾ ਹੈਗਾ ਕਿ ਅਗਰ ਤੁਸੀਂ ਸੇਵਾ ਨਹੀਂ ਕਰ ਸਕਦੇ ਤਾਂ ਬਹੁਤੀਆਂ ਫੜਾਂ ਸੰਗਤ ਦੇ ਵਿੱਚ ਮਾਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਸੋ ਇਸ ਕਰਕੇ ਭਾਈ ਨਿਮਰਤਾ ਵਿੱਚ ਰਹੋ, ਅਤੇ ਜਿਹੜਾ ਇਨਸਾਨ ਨਿਮਰਤਾ ਵਿੱਚ ਰਹਿੰਦਾ ਉਹਦੇ ਉੱਤੇ ਬਾਬਾ ਈਸ਼ਰ ਸਿੰਘ ਹੁਣਾਂ ਦੀ ਜਿਹੜੀ ਆ ਅਪਾਰ ਬਖਸ਼ਿਸ਼ ਕਿਰਪਾ ਹੁੰਦੀ ਆ। ਸੋ ਦਾਸ ਇੰਨੇ ਹੀ ਮਹਾਂਪੁਰਖਾਂ ਦੇ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।